ਇਹ ਕਿਸਾਨ ਟਰਾਲੀ ਟਾਈਮਜ਼ ਸੰਘਰਸ਼ ਦੇ ਵਿੱਚੋਂ ਨਿਕਲਿਆ ਜਾਂ ਟਰਾਲੀ ਟਾਈਮਜ਼ ਦੇ ਵਿੱਚੋਂ ਨਿਕਲਿਆ? ਜੋ ਜਥੇਬੰਦੀਆਂ ਦੇ ਵਿੱਚੋਂ ਇੱਕ ਦੋ ਆਗੂਆਂ ਨੇ ਬੜਾ ਵਿਰੋਧ ਕਰਨਾ ਵੀ ਮੈਨੂੰ ਲੱਗਦਾ ਕਿ ਵਿਰੋਧ ਸਹਿਣਾ ਚਾਹੀਦਾ, ਘਟੀਆ ਸ਼ਬਦਾਵਲੀ ਨਾਲ ਵਿਰੋਧ ਕੀਤਾ। ਪੱਤਰਕਾਰਾਂ ਨੇ ਵੀ ਸਵਾਲ ਕੀਤੇ ਕਿ ਪ੍ਰੋਬਲਮ ਸੰਪਾਦਕੀ ਦੇ ਵਿੱਚ ਆ, ਉਹਨਾਂ ਕਿਹਾ ਨਹੀਂ। ਫਿਰ ਪ੍ਰੋਬਲਮ ਕਿਸ ਚੀਜ਼ ਨਾਲ? ਕਹਿੰਦੇ ਸੰਪਾਦਕੀ ਲਿਖਣ ਵਾਲੀ ਸ਼ਖਸੀਅਤ ਦੇ ਨਾਲ। ਸ਼ਖਸੀਅਤ ਦੇ ਨਾਲ ਕੀ ਪ੍ਰੋਬਲਮ ਹੈ ਕਿ ਧਾਰਮਿਕ ਵਿਚਾਰਧਾਰਾ ਦਾ ਠੱਪਾ ਲੱਗਦਾ। ਇਹ ਵੀ ਨਹੀਂ ਮੈਂ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਲਾਂਭੇ ਕਰ ਲਿਆ, ਉਹਨਾਂ ਹੀ ਮੈਨੂੰ ਕੱਢ ਦਿੱਤਾ। ਕੋਈ ਮੈਨੂੰ ਨਹੀਂ ਲੱਗਦਾ ਕਿ ਬਹੁਤ ਲੰਬਾ ਸਮਾਂ ਚਲਾਉਣ ਵਾਲਾ ਕੋਈ ਇਵੇਂ ਦਾ ਅਖਬਾਰ। ਸਿੱਖ ਵਿਚਾਰਧਾਰਾ ਹੋਵੇ, ਕਾਮਰੇਡੀ ਵਿਚਾਰਧਾਰਾ ਹੋਵੇ, ਸਭ ਦਾ ਸਾਂਝਾ ਅੰਦੋਲਨ ਹੈ। ਫਿਰ ਖਤਰਾ ਸਿਰਫ ਸਿੱਖ ਵਿਚਾਰਧਾਰਾ ਤੋਂ ਕਿਉਂ ਹੈਗਾ? ਸਰਕਾਰ ਨੂੰ ਵੀ ਕਦੇ ਖਾਲਿਸਤਾਨੀ ਕਹਿੰਦੇ ਨੇ ਜਾਂ ਫਿਰ ਕੁਝ ਲੋਕਾਂ ਨੂੰ। ਐਕਚੁਅਲੀ ਆਹ ਗੱਲ ਜਿਹੜੀ ਨਾ ਸਭ ਤੋਂ ਨੁਕਤੇ ਵਾਲੀ ਆ। ਜੇ ਤੁਸੀਂ ਇਸ ਸਾਰੇ ਸੰਘਰਸ਼ ਦੇ ਵਿੱਚੋਂ ਸਿੱਖ ਵਿਚਾਰਧਾਰਾ ਨੂੰ ਮਨਫੀ ਕਰ ਦਿੰਦੇ ਹੋ ਨਾ, ਤੇ ਖੋਖਲਾਪਨ ਜਿਹਾ ਰਹਿ ਜਾਵੇਗਾ। ਜੇਕਰ ਇਸ ਸੰਘਰਸ਼ ਦੀ ਨੁਮਾਇੰਦਗੀ ਕੇਵਲ ਪੰਥਕ ਜਥੇਬੰਦੀਆਂ ਕਰ ਰਹੀਆਂ ਹੁੰਦੀਆਂ ਨਾ, ਤੇ ਸ਼ਾਇਦ ਸਰਕਾਰ ਦਾ ਵਤੀਰਾ ਬੜਾ ਵੱਖ ਹੁੰਦਾ। ਆਗੂ ਜਿਹੜੇ ਨੇ ਹੁਣ ਇਹਨਾਂ ਲੋਕਾਂ ਦੀ ਮਰਜ਼ੀ ਤੋਂ ਬਿਨਾਂ ਫੈਸਲਾ ਨਹੀਂ ਕਰ ਸਕਦੇ, ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਸੰਘਰਸ਼ ਨੂੰ ਜਿਸ ਸਿਖਰ ਦੇ ਉੱਪਰ ਅਸੀਂ ਲੈ ਕੇ ਆ ਗਏ ਹਾਂ, ਇਹਦਾ ਕਿਤੇ ਕਹਿ ਸਕਦੇ ਹੋ ਕਿ ਕ੍ਰੈਡਿਟ ਜਿਹੜਾ ਕੋਈ ਹੋਰ ਜਥੇਬੰਦੀ ਨਾਲ ਲੈ ਜਾਵੇ। ਕਿਸਾਨਾਂ ਦੇ ਇਤਿਹਾਸਿਕ ਸੰਘਰਸ਼ ਦੇ ਵਿੱਚੋਂ ਦੋ ਅਖਬਾਰ ਨਿਕਲੇ ਨੇ, ਪਹਿਲਾਂ ਟਰਾਲੀ ਟਾਈਮਜ਼ ਤੇ ਫਿਰ ਕਿਸਾਨ ਟਰਾਲੀ ਟਾਈਮਜ਼। ਸਾਡੇ ਨਾਲ ਅੱਜ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਹੈਗੇ ਨੇ, ਜਿਹੜੇ ਕਿ ਦਿੱਲੀ ਦੇ ਸੰਘਰਸ਼ ਵਿੱਚ 26 ਨਵੰਬਰ ਤੋਂ ਇੱਥੇ ਪਹੁੰਚੇ ਹੋਏ ਨੇ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦਾ ਖਾਲਸਾ। ਮਿਹਰਬਾਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਿਸਾਨ ਟਰਾਲੀ ਟਾਈਮਜ਼ ਹੈ ਜਿਹਦੀ ਤੁਸੀਂ ਸੰਪਾਦਕੀ ਲਿਖਦੇ ਹੋ। ਇਹ ਕਿਸਾਨ ਟਰਾਲੀ ਟਾਈਮਜ਼ ਸੰਘਰਸ਼ ਦੇ ਵਿੱਚੋਂ ਨਿਕਲਿਆ ਜਾਂ ਟਰਾਲੀ ਟਾਈਮਜ਼ ਦੇ ਵਿੱਚੋਂ ਨਿਕਲਿਆ? ਕਹਿ ਸਕਦੇ ਹੋ ਕਿ ਇਹ ਟਰਾਲੀ ਟਾਈਮ ਚੋਂ ਨਿਕਲਿਆ, ਕਿਉਂਕਿ ਸੱਚ ਹੀ ਬੋਲਣਾ ਚਾਹੀਦਾ। ਦਰਅਸਲ ਸ਼ੁਰੂਆਤ ਦੇ ਵਿੱਚ ਜਦੋਂ ਅਸੀਂ ਇੱਥੇ ਸਟੇਜ ਤੋਂ ਤਕਰੀਬਨ ਦੂਜਾ ਤੀਜਾ ਦਿਨ ਹੋਇਆ ਸੀ ਅਜੇ, ਤਾਂ ਉਹਦੇ ਤੋਂ ਬਾਅਦ ਹੀ ਸਾਨੂੰ ਇੰਝ ਮਹਿਸੂਸ ਹੁੰਦਾ ਸੀ ਕਿ ਕਿਸਾਨ ਜਥੇਬੰਦੀਆਂ ਜੋ ਕੁਛ ਮੰਚ ਦੇ ਉੱਪਰੋਂ ਕਹਿੰਦੀਆਂ ਨੇ, ਤਾਂ ਉਹ ਲੋਕਾਂ ਤੱਕ ਨਹੀਂ ਪਹੁੰਚਦਾ। ਕਿਵੇਂ ਪਹੁੰਚਾਇਆ ਜਾਵੇ, ਉਹਦੇ ਵਾਸਤੇ ਕਦੀ ਸੋਚਦੇ ਸੀ ਕਿ ਛੋਟੇ ਕਿਤਾਬ 'ਚ ਛਪਾ ਲਏ ਜਾਣ। ਕੁਛ ਅਸੀਂ 10,000 ਪੈਂਫਲੇਟ ਛਪਾਏ ਵੀ। ਮਹਿਸੂਸ ਜਿਹੜੀ ਲੋੜ ਇਸ ਕਰਕੇ ਹੋਈ ਕਿਉਂਕਿ ਜਿਹਨੂੰ ਅਸੀਂ ਗੋਦੀ ਮੀਡੀਆ ਕਹਿ ਦਿੰਦੇ ਹਾਂ ਜਾਂ ਸਟੇਟ ਸਪੋਂਸਰਡ ਮੀਡੀਆ ਕਹਿ ਦਿੰਦੇ ਹਾਂ, ਉਹ ਕੀ ਕਰਦੇ ਸੀ ਕਿ ਆਮ ਲੋਕ ਜਿਹੜੇ ਟਰਾਲੀਆਂ 'ਚ ਬੈਠੇ ਨੇ ਉਹਨਾਂ ਦੇ ਕੋਲ ਜਾ ਕੇ ਤੇ ਉਹਨਾਂ ਨੂੰ ਜਾ ਕੇ ਸਵਾਲ ਕਰਦੇ ਸੀ, ਤੁਸੀਂ ਬਿੱਲਾਂ ਦੇ ਬਾਰੇ ਜਾਣਦੇ ਹੋ? ਤੁਹਾਨੂੰ ਪਤਾ ਹੈ ਕਾਨੂੰਨ ਕੀ ਨੇ? MSP ਕੀ ਆ? ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ ਕੀ ਆ? ਲੋਕਾਂ ਨੂੰ ਪਤਾ ਨਹੀਂ ਸੀ, ਕਿਉਂਕਿ ਉਹ ਸੰਘਰਸ਼ ਦੇ ਵਿੱਚ ਆਏ ਤੇ ਨਹੀਂ, ਪਰ ਜ਼ਰੂਰੀ ਨਹੀਂ ਹੁੰਦਾ ਕਿ ਹਰ ਬੰਦਾ ਉਸ ਸਾਰੇ ਕਾਨੂੰਨਾਂ ਦੇ ਨਾਲ ਵਾਬਸਤਾ ਹੋਵੇ। ਤਾਂ ਸਾਨੂੰ ਇੰਝ ਲੱਗਾ ਕਿ ਬੜੀ ਸੌਖੀ ਭਾਸ਼ਾ ਦੇ ਵਿੱਚ ਲਿਖ ਕੇ ਇਹਨਾਂ ਨੂੰ ਇਹ ਦੱਸ ਦੇਣਾ ਚਾਹੀਦਾ ਕਿ ਇਹ ਕਾਨੂੰਨ ਹੈ ਕੀ ਨੇ ਔਰ ਇਹਨਾਂ ਦੇ ਨੁਕਸਾਨ ਕੀ ਹੈ। ਦਿਨ ਲੰਘਦੇ ਗਏ, ਅਸੀਂ ਉਹ ਪਰਚਾ ਤਾਂ ਛਾਪ ਕੇ ਵੰਡਦੇ ਸੀ, ਉਸ ਪਰਚੇ ਦੇ ਉੱਪਰ ਕੋਈ ਸਿਰਲੇਖ ਨਹੀਂ ਸੀ। ਬਸ ਇਹੀ ਸੀਗਾ ਕਿ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਦੇ ਭਵਿੱਖ ਵਿੱਚ ਜਿਹੜੇ ਅਸਰ ਨੇ, ਜਸਟ ਇੱਕ ਜਿਵੇਂ ਪ੍ਰਿੰਟ ਕੱਢ ਕੇ। ਉਹਦੇ ਤੋਂ ਬਾਅਦ ਜਿਹੜੇ ਫਿਲਮਾਂ ਦੇ ਸਕ੍ਰਿਪਟ ਰਾਈਟਰ ਨੇ ਸਰਮੀਤ ਮਾਵੀ, ਅਸੀਂ ਸਾਰੇ ਇੱਕ ਦਿਨ ਬੈਠੇ ਸੀ ਤੇ ਕਹਿੰਦੇ ਕਿ ਕੋਈ ਇਸ ਤਰ੍ਹਾਂ ਦਾ ਅਖਬਾਰ ਟਾਈਪ ਹੋਵੇ ਕਿ ਜਿਹੜਾ ਰੋਜ਼ ਲੋਕਾਂ ਤੱਕ ਪਹੁੰਚੇ, ਕਿਉਂਕਿ ਉਦੋਂ ਤੱਕ ਟਰਾਲੀਆਂ ਦੀ ਗਿਣਤੀ ਬਹੁਤ ਵੱਧ ਚੁੱਕੀ ਸੀ। ਸਟੇਜ ਦਾ ਪ੍ਰਬੰਧ ਕੋਈ ਇੰਨਾ ਵਧੀਆ ਨਹੀਂ ਸੀ ਕਿ ਮੰਚ ਦੇ ਉੱਪਰੋਂ ਜਿਹੜੀਆਂ ਗੱਲਾਂ ਕਿਸਾਨ ਆਗੂਆਂ ਵੱਲੋਂ ਕੀਤੀਆਂ ਜਾਂਦੀਆਂ ਨੇ ਉਹ ਲੋਕਾਂ ਤੱਕ ਪਹੁੰਚਣ। ਤੇ ਉਹਦੇ ਵਾਸਤੇ ਬੈਠਿਆਂ ਸਰਮੀਤ ਮਾਵੀ ਕਹਿੰਦੇ ਕਿ ਨਾ ਜਿਹੜਾ ਅਸੀਂ ਟਰਾਲੀ ਟਾਈਮਸ ਦੇ ਲਈਏ ਇਹਨੂੰ। ਸੋ ਉਹ ਟਰਾਲੀ ਟਾਈਮ ਦੀ ਸ਼ੁਰੂਆਤ ਹੋਈ। ਪਹਿਲਾ ਹੀ ਅੰਕ ਨਿਕਲਿਆ, ਮੈਂ ਉਹਦੇ 'ਚ ਸੰਪਾਦਕੀ ਲਿਖੀ। ਹਾਲਾਂਕਿ ਉਹ ਜਿਹੜੀ ਸੰਪਾਦਕੀ ਹੈ ਨਾ ਤਾਂ ਕਿਸੇ ਨੂੰ ਨਿਸ਼ਾਨਾ ਬਣਾ ਕੇ ਲਿਖੀ ਗਈ ਸੀ ਤੇ ਨਾ ਕੋਈ ਉਹਦੇ 'ਚ ਇਵੇਂ ਦੀ ਗੱਲ ਸੀ ਕਿ ਮੈਂ ਕਿਸੇ ਪੱਖ ਨੂੰ ਜਿਹੜਾ ਉਹਦੇ ਵਿੱਚ ਕਿਸੇ ਤਰ੍ਹਾਂ ਦੇ ਨਾਲ ਆਪਣੇ ਸ਼ਬਦਾਂ ਦੇ 'ਚ ਨਿਸ਼ਾਨਾ ਬਣਾਇਆ ਹੋਵੇ, ਕਿਉਂਕਿ ਸਾਰਿਆਂ ਨੂੰ ਪਤਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਵਿੱਚ ਮੋਢੀ ਨੇ, ਉਹਨਾਂ ਦੇ 'ਚ ਲੈਫਟਿਸਟ ਨੇ, ਰੈਸ਼ਨਲਿਸਟ ਵੀ ਹੈਗੇ ਨੇ, ਕਿਸੇ ਨਾ ਕਿਸੇ ਤਰੀਕੇ ਨਾਲ ਕਈਆਂ ਦੇ ਨਾਲ ਮਾਓਵਾਦੀਆਂ ਦੇ ਨਾਲ ਜਿਹੜੇ ਜੋੜ ਤੋੜ ਨੇ ਉਹ ਵੀ ਜੋੜੇ ਵੇਖੇ ਜਾਂਦੇ ਨੇ। ਕਹਿ ਸਕਦੇ ਹਾਂ ਕਿ ਇਹਨਾਂ ਦੇ ਵਿੱਚ ਕੋਈ ਨਰੋਲ ਪੰਥਕ ਜਿਹੜਾ ਜਥੇਬੰਦੀ ਦੀ ਸ਼ਮੂਲੀਅਤ ਨਹੀਂ ਸੀ। ਤਾਂ ਮੈਂ ਵੀ ਉਸੇ ਸੋਚ ਨੂੰ ਲੈ ਕੇ ਤੁਰ ਰਿਹਾ ਸੀ ਕਿ ਅਸੀਂ ਬਿਲਕੁਲ ਜੇਕਰ ਸੰਘਰਸ਼ ਨੂੰ ਸਾਡੀਆਂ ਪੰਥਕ ਜਥੇਬੰਦੀਆਂ ਨੇ ਵੀ ਕਿਸਾਨ ਜਥੇਬੰਦੀਆਂ ਦੀ ਜ਼ਿੰਮੇਵਾਰੀ ਤੇ ਰੱਖਿਆ, ਤਾਂ ਸਾਨੂੰ ਵੀ ਕੋਈ ਇਵੇਂ ਦੀ ਗੱਲ ਨਹੀਂ ਕਰਨੀ ਚਾਹੀਦੀ ਕਿ ਉਹਨਾਂ ਨੂੰ ਇੰਝ ਮਹਿਸੂਸ ਹੋਵੇ ਕਿ ਸ਼ਾਇਦ ਪੰਥਕ ਜਥੇਬੰਦੀਆਂ ਸਾਡੇ ਸੰਘਰਸ਼ ਜਾਂ ਸਾਡੀ ਆਗੂ ਪ੍ਰਣਾਲੀ ਨੂੰ ਓਵਰਲੈਪ ਕਰ ਰਹੀਆਂ ਨੇ। ਸੋ ਮੈਂ ਜਿਹੜੀ ਸੰਪਾਦਕੀ ਲਿਖੀ ਉਹਦੇ ਵਿੱਚ ਗੱਲ ਤਾਂ ਇੰਨੀ ਸੀ ਕਿ ਇਹ ਜਿਹੜੇ ਆਏ ਹੋਏ ਲੋਕ ਨੇ, ਇਹਨਾਂ ਨੂੰ ਕਿਸੇ ਜਥੇਬੰਦੀ ਦਾ ਤੁਸੀਂ ਕੇਡਰ ਨਹੀਂ ਕਹਿ ਸਕਦੇ। ਇਹ ਲੋਕ ਆਪ ਮੁਹਾਰੇ ਆਏ ਨੇ
ਤੇ ਇਹ ਵਰਤਾਰਾ ਵੇਖਣ ਦੇ ਵਾਸਤੇ ਅਹਿਮ ਇਸ ਕਰਕੇ ਆ ਕਿ ਆਗੂ ਜਿਹੜੇ ਨੇ ਹੁਣ ਇਹਨਾਂ ਲੋਕਾਂ ਦੀ ਮਰਜ਼ੀ ਤੋਂ ਬਿਨਾਂ ਫੈਸਲਾ ਨਹੀਂ ਕਰ ਸਕਦੇ ਕਿ ਇਹਨਾਂ ਦੇ ਹਿੱਤਾਂ ਦੇ ਨਾਲ ਹੁਣ ਧੋਖਾ ਨਹੀਂ ਕੀਤਾ ਜਾ ਸਕਦਾ। ਇਹ ਤੁਹਾਡੀ ਐਗਜ਼ੈਕਟ ਲਾਈਨਿੰਗ ਸੀ, ਵਰਡਿੰਗ ਸੀ ਜਿਹੜੀ ਵਰਡਿੰਗ ਸੀ। ਹਾਂ, ਉਹ ਸ਼ਾਇਦ ਕੁਝ ਜਿਹੜੇ ਆਗੂ ਸੀ ਉਹਨਾਂ ਨੂੰ ਇਹ ਗੱਲ ਬੜੀ ਮਹਿਸੂਸ ਹੋਈ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਦੇ ਹਿੱਤ ਨੇ ਉਹ ਆਗੂ ਪ੍ਰਣਾਲੀ ਦੇ ਉੱਪਰ ਠੋਸੇ ਜਾ ਰਹੇ ਨੇ। ਸੋ 2-3 ਦਿਨ, ਮੈਂ ਨਹੀਂ ਕਹਿੰਦਾ ਕਿ ਬਹੁਤ ਜ਼ਿਆਦਾ, ਪਰ ਉਹਨਾਂ ਦੇ ਵਿੱਚੋਂ ਜਥੇਬੰਦੀਆਂ ਦੇ ਵਿੱਚੋਂ 1-2 ਆਗੂਆਂ ਨੇ ਬੜਾ ਵਿਰੋਧ ਕਰਨਾ ਵੀ ਮੈਨੂੰ ਲੱਗਦਾ ਕਿ ਵਿਰੋਧ ਸਹਿਣਾ ਚਾਹੀਦਾ, ਘਟੀਆ ਸ਼ਬਦਾਵਲੀ ਨਾਲ ਵਿਰੋਧ ਕੀਤਾ। ਤੇ ਫਿਰ ਜਦੋਂ ਬਾਅਦ ਦੇ ਵਿੱਚ ਜਿਹੜੇ ਵੀਰਾਂ ਨੇ ਵਿਰੋਧ ਕੀਤਾ ਉਹਦੇ ਵਿੱਚ ਉਹ ਲੋਕ ਵੀ ਸੀ ਜਿਹੜੇ ਟਰਾਲੀ ਟਾਈਮ ਦੇ ਵਿੱਚ ਜੁੜ ਚੁੱਕੇ ਸੀ। ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤੇ ਕਿ ਪ੍ਰੋਬਲਮ ਸੰਪਾਦਕੀ ਦੇ ਵਿੱਚ ਆ, ਉਹਨਾਂ ਕਿਹਾ ਨਹੀਂ। ਫਿਰ ਪ੍ਰੋਬਲਮ ਕਿਸ ਚੀਜ਼ ਨਾਲ? ਕਹਿੰਦੇ ਸੰਪਾਦਕੀ ਲਿਖਣ ਵਾਲੀ ਸ਼ਖਸੀਅਤ ਦੇ ਨਾਲ। ਸ਼ਖਸੀਅਤ ਤਾਂ ਫਿਰ ਉੱਥੇ ਮੈਂ ਹੀ ਆ ਰਿਹਾ ਸੀ। ਸ਼ਖਸੀਅਤ ਦੇ ਨਾਲ ਕੀ ਪ੍ਰੋਬਲਮ ਆ ਕਿ ਧਾਰਮਿਕ ਵਿਚਾਰਧਾਰਾ ਦਾ ਠੱਪਾ ਲੱਗਦਾ। ਸੋ ਫਿਰ ਮੈਂ ਇਹ ਵੀ ਨਹੀਂ ਮੈਂ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਲਾਂਭੇ ਕਰ ਲਿਆ, ਉਹਨਾਂ ਹੀ ਮੈਨੂੰ ਕੱਢ ਦਿੱਤਾ ਉਸ ਗਰੁੱਪ ਦੇ ਵਿੱਚੋਂ। ਤਾਂ ਔਰ ਉਹਦੇ ਵਿੱਚ ਜਿਹਦੇ ਵਿੱਚ ਤੁਸੀਂ ਯੋਗਦਾਨ ਪੂਰਾ ਪਾਇਆ ਸੀ ਆਪਣਾ। ਹਾਂ ਬਿਲਕੁਲ। ਤਾਂ ਫਿਰ ਮੇਰਾ ਨਹੀਂ ਸੀ ਇਰਾਦਾ ਕਿ ਨਾ ਕੀਤਾ ਜਾਵੇ, ਪਰ ਲੋਕ ਲਿਖਣ ਕਰਕੇ ਮੇਰੇ ਨਾਂ ਨਾਲ ਜ਼ਿਆਦਾ ਜੁੜੇ ਹੋਏ ਸੀ ਕਿ ਬਾਕੀ ਨਾਂ ਜਿਹੜੇ ਸੀ ਲੋਕਾਂ ਦੇ ਇੰਨੇ ਪਾਪੂਲਰ ਨਹੀਂ ਸੀ ਹੈਗੇ। ਉਹ ਸਾਰੇ ਲੋਕਾਂ ਨੇ ਆਰਟੀਕਲ, ਕਵਿਤਾਵਾਂ, ਰਚਨਾਵਾਂ ਮੈਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਤਾਂ ਮੈਂ ਤਾਂ ਸੋਚਿਆ ਸੀਗਾ ਕਿ ਬਸ ਠੀਕ ਹੈ, ਟਰਾਲੀ ਟਾਈਮ ਜੇ ਉਹ ਟੀਮ ਮੈਨੂੰ ਨਹੀਂ ਰੱਖਣਾ ਚਾਹੁੰਦੀ ਤਾਂ ਕੋਈ ਗੱਲ ਨਹੀਂ। ਫਿਰ ਉਹਦੇ ਤੋਂ ਬਾਅਦ ਜਿਹੜਾ ਸੀਗਾ ਸੁਖਦੇਵ, ਆਪਣੇ ਜਸਪਾਲ ਸਿੰਘ ਹੇਰਾ ਪਹਿਰੇਦਾਰ, ਯਾਨੀ ਕਿ ਕਿਸੇ ਵੀ ਉਹ ਇੱਕ ਹੁੰਦਾ ਹੈ ਕਿ ਬਿਆਨਬਾਜ਼ੀ ਦੇ ਵਿੱਚ ਨਹੀਂ ਪਏ ਹੈਗੇ। ਬਿਲਕੁਲ ਨਹੀਂ, ਬਿਲਕੁਲ ਨਹੀਂ। ਮੈਂ ਕੋਈ ਕਿਸੇ ਦੇ ਖਿਲਾਫ ਬਿਆਨ ਨਹੀਂ ਤਾਂ ਨਾ ਹੀ ਮੈਂ ਦੇਣਾ ਚਾਹੁੰਦਾ ਸੀ। ਮੈਂ ਸੋਚਦਾ ਸੀਗਾ ਕਿ ਉਹਨਾਂ ਦਾ ਪ੍ਰੋਜੈਕਟ ਹੈ, ਉਹਨਾਂ ਨੇ ਮੈਨੂੰ ਸੰਪਾਦਕੀ ਵਾਸਤੇ ਕਿਹਾ, ਮੈਂ ਲਿਖ ਦਿੱਤੀ। ਜੇ ਉਹਨਾਂ ਨੇ ਮੇਰੀ ਵਿਰੋਧਤਾ ਵੀ ਕੀਤੀ ਹੈ ਤਾਂ ਮੈਂ ਉਹਦੇ ਇਵਜ਼ ਦੇ ਵਿੱਚ, ਉਹਦੇ ਵਿਰੋਧ ਦੇ ਵਿੱਚ ਕੋਈ ਬਿਆਨਬਾਜ਼ੀ ਨਹੀਂ ਕੀਤੀ। ਸੋ ਕੁਦਰਤੀ ਫਿਰ ਮੈਨੂੰ ਜਸਪਾਲ ਸਿੰਘ ਹੇਰਾਂ ਦਾ ਫੋਨ ਆ ਗਿਆ। ਕਹਿੰਦੇ ਕਿ ਸਾਡੀ ਅਖਬਾਰ ਦੇ ਵਿੱਚ ਵਿਸ਼ੇਸ਼ ਅੰਕ ਤਾਂ ਚੱਲ ਰਿਹਾ ਜੰਗ ਹਿੰਦ ਪੰਜਾਬ, ਤੇ ਤੁਸੀਂ ਉਹਦੀ ਸੰਪਾਦਕੀ ਸਾਨੂੰ ਲਿਖਣੀ ਸ਼ੁਰੂ ਕਰ ਦਿਓ ਤੇ ਜਿਹੜੇ ਤੁਹਾਡੇ ਕੋਲ ਆਰਟੀਕਲ ਤੇ ਮੈਟਰ ਆ ਰਿਹਾ ਸੀ ਉਹਦੇ 'ਚ ਪਬਲਿਸ਼ ਕਰਨਾ ਸ਼ੁਰੂ ਕਰ ਦਿੰਦੇ ਆ। ਜਦੋਂ ਉਹ ਸ਼ੁਰੂ ਕੀਤਾ ਉਹਦੇ 3 ਅੰਕ ਆਏ ਤੇ ਹਰਿਆਣੇ ਵਾਲੇ ਜਿਸ ਤਰ੍ਹਾਂ ਭਾਈ ਗੁਰਨਾਮ ਸਿੰਘ ਹੁਣੀ ਨੇ, ਉਸੇ ਤਰ੍ਹਾਂ ਰਾਜਸਥਾਨ ਤੋਂ ਰਾਜਾ ਵੀਰ ਜੀ ਹੁਣੀ, ਉਹ ਸਾਰੇ ਜਿਹੜੇ ਕਿਸਾਨ ਯੂਨੀਅਨਾਂ ਦੇ ਆਗੂ ਨੇ, ਮੇਰੇ ਪੁਰਾਣੇ ਵਾਕਫ ਵੀ ਸੀਗੇ, ਉਹ ਕਹਿੰਦੇ ਯਾਰ ਤੁਸੀਂ ਇਕੱਲੇ ਪੰਜਾਬ ਦੀ ਗੱਲ ਕਿਉਂ ਕਰਦੇ, ਹੁਣ ਤਾਂ ਅਸੀਂ ਵੀ ਤੁਹਾਡੇ ਨਾਲ ਆ। ਉਹ ਫਿਰ ਸੋਚਣ ਵਿਚਾਰਨ ਤੋਂ ਬਾਅਦ ਨਾ ਕਿਸਾਨ ਟਰਾਲੀ ਟਾਈਮ ਕਰ ਦਿੱਤਾ, ਜਿਹੜਾ ਹੁਣ ਵੈਬਸਾਈਟ ਦੇ ਉੱਪਰ ਵੀ ਅਵੇਲੇਬਲ ਆ। ਪਰ ਇਹ ਇਕੱਲਾ ਪੰਜਾਬੀ ਦੇ ਵਿੱਚ ਇਹ ਵੀ ਵਿਚਾਰ ਹੈ ਕਿ ਅੱਗੇ ਜਿਵੇਂ ਟਰਾਲੀ ਟਾਈਮਜ਼ ਇੰਗਲਿਸ਼ ਤੇ ਹਿੰਦੀ ਦੇ ਵਿੱਚ ਵੀ ਆਉਂਦਾ, ਇਹਦਾ ਵੀ ਕੋਈ ਵਿਚਾਰ ਹੈ ਇਸ ਤਰ੍ਹਾਂ ਦਾ? ਬਿਲਕੁਲ। ਹੁਣੇ ਸਰਦਾਰ ਗੁਰਨਾਮ ਸਿੰਘ ਨੇ ਵੀ ਕਹਿ ਰਹੇ ਸੀਗੇ ਕਿ 1-2 ਬਾਰਡਰਾਂ ਦੇ ਉੱਪਰ ਲੋਕਾਂ ਦੀ ਮੰਗ ਆਈ ਹੈ ਕਿ ਇਹਨੂੰ ਹਿੰਦੀ ਦੇ ਵਿੱਚ ਕੀਤਾ ਜਾਵੇ। ਮੈਟਰ ਤਾਂ ਹਿੰਦੀ 'ਚ ਵੀ, ਇੰਗਲਿਸ਼ 'ਚ ਵੀ ਬਹੁਤ ਆ ਰਿਹਾ ਸੀ, ਗੱਲ ਸੀਗੀ ਪਬਲਿਸ਼ਿੰਗ ਦੀ। ਤਾਂ ਹੁਣ ਜਲਦੀ ਕੋਸ਼ਿਸ਼ ਕਰਾਂਗੇ ਕਿ ਦੂਜੀ ਗੱਲ ਹੈ ਕਿ ਇਹਦੇ ਦਾਇਰੇ ਨੂੰ ਅਸੀਂ ਬਹੁਤ ਜ਼ਿਆਦਾ ਵਧਾਉਣਾ ਵੀ ਇਸ ਕਰਕੇ ਨਹੀਂ ਚਾਹੁੰਦੇ ਕਿਉਂਕਿ ਇਹ ਇੱਕ ਸੰਘਰਸ਼ ਦਾ ਅਖਬਾਰ ਹੈ, ਇਹਦਾ ਅਗਲਾ ਫਿਊਚਰ ਤਾਂ ਕੋਈ ਨਹੀਂ ਹੈ। ਜਿੰਨਾ ਚਿਰ ਤੱਕ ਇੱਥੇ ਸੰਘਰਸ਼ ਦੇ ਵਿੱਚ ਹਾਂ ਉਹਨਾਂ ਚਿਰ ਤੱਕ ਇਹਦੀ ਸਾਰਥਿਕਤਾ ਹੈ। ਕੱਲ੍ਹ ਨੂੰ ਸਰਕਾਰ ਮੰਗਾਂ ਮੰਨ ਲੈਂਦੀ ਆ, ਜਿਹੜਾ ਸੰਘਰਸ਼ ਹੈ ਖਤਮ ਹੋ ਜਾਂਦਾ, ਤਾਂ ਮੈਨੂੰ ਲੱਗਦਾ ਕਿ ਇਹ ਇੱਕ ਯਾਦਗਾਰ ਤਾਂ ਰਹਿ ਜਾਵੇਗਾ ਕਿ ਸੰਘਰਸ਼ ਦੇ ਵਿੱਚ ਇਵੇਂ ਦਾ ਇੱਕ ਪੰਜਾਬੀ ਅਖਬਾਰ ਨਿਕਲਿਆ ਸੀ ਜਿਸ ਨੇ ਜਿਹੜੀ ਵਿਚਾਰਧਾਰਾ ਉਸ ਦੀ ਨੁਮਾਇੰਦਗੀ ਕੀਤੀ, ਜਾਂ ਸਰਕਾਰ ਦੇ ਖਿਲਾਫ ਜਿਹੜੇ ਸੰਘਰਸ਼ ਦੇ ਵਿੱਚ ਨੀਤੀਆਂ ਸੀਗੀਆਂ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ। ਪਰ ਇਹ ਕੋਈ, ਮੈਨੂੰ ਨਹੀਂ ਲੱਗਦਾ ਕਿ ਬਹੁਤ ਲੰਬਾ ਸਮਾਂ ਚਲਾਉਣ ਵਾਲਾ ਕੋਈ ਇਵੇਂ ਦਾ ਅਖਬਾਰ ਹੈ। ਯਾਨੀ ਕਿ ਇਹਦੇ ਵਿੱਚ ਸੰਪਾਦਕੀ ਲਿਖਣ ਦੇ ਨਾਲ ਨਾਲ ਤੁਸੀਂ ਕੰਟੈਂਟ ਹੈ ਜਿਹੜਾ ਉਹ ਵੀ ਤੁਸੀਂ ਸਾਰਾ ਡਿਸਾਈਡ ਕਰਦੇ ਹੋ? ਤਕਰੀਬਨ ਸਾਰਾ ਮੈਂ ਹੀ ਡਿਸਾਈਡ ਕਰਦਾ ਹਾਂ। ਬੇਸ਼ੱਕ ਇਹ ਕੰਟੈਂਟ ਉਹਨਾਂ ਦੇ ਕੋਲ ਇੰਡੀਵਿਜੂਅਲ ਉਹਨਾਂ ਨੂੰ ਸਿੱਧਾ ਵੀ ਪਹਿਰੇਦਾਰ ਅਖਬਾਰ ਨੂੰ ਭੇਜ ਦਿੰਦੇ ਨੇ, ਪਰ ਉਹ ਸਾਰਾ ਮੈਨੂੰ ਅੱਗੋਂ ਫਾਰਵਰਡ ਕਰ ਦਿੰਦੇ ਨੇ ਕਿ ਕੰਟੈਂਟ ਸਾਰਾ ਫਿਰ ਮੈਂ ਹੀ ਜ਼ਿਆਦਾ ਉੱਥੇ ਡਿਸਾਈਡ ਕਰਦਾ ਕਿ ਕਿਹੜਾ ਪਬਲਿਸ਼ ਹੋਣਾ ਜਾਂ ਨਹੀਂ। ਡਾਕਟਰ ਸਾਹਿਬ ਤੁਸੀਂ ਕਿਹਾ ਸੀ ਕਿ ਸਿੱਖ ਵਿਚਾਰਧਾਰਾ ਦਾ ਠੱਪਾ ਲੱਗਦਾ ਆ, ਉਹ ਤੋਂ ਪ੍ਰੋਬਲਮ ਸੀਗੀ, ਤੇ ਉਹ ਤੋਂ ਸਮੱਸਿਆ ਕੀ ਹੈ? ਕਿਹੜੀ ਸਮੱਸਿਆ ਸਿੱਖ ਵਿਚਾਰਧਾਰਾ ਤੋਂ ਇੱਥੇ ਕੁਝ ਲੋਕਾਂ ਨੂੰ ਹੈ? ਐਕਚੁਅਲੀ ਮੈਂ ਖੁਦ ਹੀ ਨਹੀਂ ਹਰਸ਼ਰਨ ਇਸ ਗੱਲ ਨੂੰ ਸਮਝ ਸਕਿਆ ਕਿ ਕਿਹੜੀ ਪ੍ਰੋਬਲਮ ਹੈ। ਮੈਨੂੰ ਤਾਂ ਇੰਝ ਲੱਗ ਰਿਹਾ ਕਿ ਆਹ ਸਾਰੇ ਸੰਘਰਸ਼ ਦੀ ਰੂਹ ਹੈ ਸਿੱਖ ਵਿਚਾਰਧਾਰਾ। ਜੇ ਤੁਸੀਂ ਇਸ ਸਾਰੇ ਸੰਘਰਸ਼ ਦੇ ਵਿੱਚੋਂ ਸਿੱਖ ਵਿਚਾਰਧਾਰਾ ਨੂੰ ਮਨਫੀ ਕਰ ਦਿੰਦੇ ਹੋ ਨਾ, ਤੇ ਖੋਖਲਾਪਨ ਜਿਹਾ ਰਹਿ ਜਾਵੇਗਾ। ਜਿੰਨਾ ਵੀ ਇੱਥੇ ਲੰਗਰ ਦਾ ਵਰਤਾਰਾ ਹੈ, ਲੰਗਰ ਤੇ ਵਰਤਾਰੇ ਤੋਂ ਲੈ ਕੇ ਜੋ ਚੱਕ ਵੀ ਇੱਥੇ ਵੰਡ ਕੇ ਛਕਣ ਦੀ, ਮੈਂ ਕੇਵਲ ਰਾਸ਼ਨ ਦੀ ਗੱਲ ਨਹੀਂ ਕਰੂੰਗਾ, ਚਾਹੇ ਕੰਬਲ ਵੰਡੇ ਜਾਂਦੇ ਨੇ, ਵਸਤਾਂ ਵੰਡੀਆਂ ਜਾਂਦੀਆਂ ਨੇ, ਲੋਕ ਸੇਵਾ ਕਰ ਰਹੇ ਨੇ, ਲੋਕਾਂ ਦੇ ਵਿੱਚ ਪਿਆਰ ਹੈ। ਇੱਥੋਂ ਤੱਕ ਕਿ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਇੱਥੇ ਕਾਰਜਸ਼ੀਲ ਨੇ, ਉਹ ਚਾਹੇ ਖਾਲਸਾ ਏਡ ਹੈ, ਚਾਹੇ ਯੂਨਾਈਟਿਡ ਸਿੱਖਸ ਹੈ, ਜਿੰਨੀਆਂ ਵੀ ਸੰਸਥਾਵਾਂ ਨੇ, ਚਾਹੇ ਅਕਾਲ ਏਡ ਵਾਲੇ ਨੇ, ਸਿੱਖ ਚੈਨਲ ਏਡ ਵਾਲੇ ਨੇ, ਜਿੰਨੀਆਂ ਵੀ ਸੰਸਥਾਵਾਂ ਨੇ ਕਿਤੇ ਨਾ ਕਿਤੇ ਉਹ ਪੰਥਕ ਵਿਚਾਰਧਾਰਾ ਨਾਲ ਜੁੜੀਆਂ ਨੇ। ਤਾਂ ਮੈਨੂੰ ਤਾਂ ਇਹੀ ਸਮਝ ਨਹੀਂ ਆਉਂਦੀ ਕਿ ਜੇਕਰ ਇਸ ਸੰਘਰਸ਼ ਦੇ ਵਿੱਚੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਉਸ ਵੰਡ ਕੇ ਛਕਣ ਦੇ ਫਲਸਫੇ ਨੂੰ ਕੱਢ ਦਿੰਦੇ ਹਾਂ ਤਾਂ ਇਹ ਸੰਘਰਸ਼ ਤਾਂ ਬਿਲਕੁਲ ਖੋਖਲਾ ਜਿਹਾ ਰਹਿ ਜਾਂਦਾ ਹੈ। ਇਹਦੀ ਤੋਂ ਸਮੱਸਿਆ ਕੀ ਹੈ? ਐਕਚੁਅਲੀ ਇਹ ਮੈਂ ਵੀ ਨਹੀਂ ਸਮਝ ਸਕਿਆ ਕਿਉਂਕਿ ਅਕਸਰ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਵੇਖਦੇ ਹੁੰਦੇ ਸੀ ਕਿ ਖੱਬੇ ਪੱਖੀ ਇੰਝ ਕਰਦੇ ਆ, ਖੱਬੇ ਪੱਖੀ ਇੰਝ ਕਰਦੇ, ਪਰ ਮੈਂ ਸੋਚਦਾ ਹੁੰਦਾ ਸੀ ਕਿ ਕੋਈ ਕਿਸੇ ਵੀ ਵਿਚਾਰਧਾਰਾ ਨਾਲ ਜੁੜਿਆ ਹੋ ਸਕਦਾ। ਮੇਰੇ ਬੜੇ ਫਰੈਂਡ ਨੇ ਜਿਹੜੇ ਲੈਫਟਿਸਟ ਨੇ,
ਪਰ ਉਹਨਾਂ ਨੂੰ ਮੇਰੇ ਨਾਲ ਕੋਈ ਪ੍ਰੋਬਲਮ ਨਹੀਂ ਹੁੰਦੀ। ਮੇਰੇ ਬੜੇ ਫਰੈਂਡ ਨੇ ਜਿਹੜੇ ਮਾਓਇਸਟ ਵਿਚਾਰਧਾਰਾ ਨਾਲ ਜੁੜੇ ਨੇ, ਮੈਨੂੰ ਕੋਈ ਉਹਦੇ ਨਾਲ ਪ੍ਰੋਬਲਮ ਨਹੀਂ ਹੁੰਦੀ। ਮੇਰੇ ਬੜੇ ਦੋਸਤ ਨੇ ਜਿਹੜੇ ਕਹਿ ਸਕਦੇ ਹੋ ਕਿ ਇਸਲਾਮਿਕ ਨਜ਼ਰੀਏ ਤੋਂ ਆਪਣੇ ਇਤਿਹਾਸ ਦੀ ਜਾਂ ਆਪਣੀ ਤਵਾਰੀਖ ਦੀ ਗੱਲ ਕਰਦੇ ਨੇ, ਮੈਨੂੰ ਉਹਨਾਂ ਦੇ ਨਾਲ ਕੋਈ ਸਮੱਸਿਆ ਨਹੀਂ ਹੁੰਦੀ। ਫਿਰ ਕੀ ਲੱਗਦਾ ਵੀ ਇੱਥੇ ਕੋਈ ਖਤਰਾ ਮਹਿਸੂਸ ਹੋ ਰਿਹਾ ਹੈਗਾ ਵਿਚਾਰਧਾਰਾ ਤੋਂ ਇਸ ਤਰੀਕੇ ਦਾ ਕੋਈ? ਕਿਉਂਕਿ ਸਾਰੇ ਇੱਥੇ ਹੈ, ਸਾਰਿਆਂ ਦੀ ਸਾਂਝ ਹੈ, ਹਰਿਆਣਾ ਹੋਵੇ, ਪੰਜਾਬ ਹੋਵੇ, ਮਤਲਬ ਕਿਸੇ ਵੀ ਸੂਬੇ ਦੇ ਕਿਸਾਨ ਹੋਣ, ਕਿਸੇ ਵੀ ਜਾਤ ਪਾਤ ਦੇ ਹੋਣ, ਸਿੱਖ ਵਿਚਾਰਧਾਰਾ ਹੋਵੇ, ਕਾਮਰੇਡੀ ਵਿਚਾਰਧਾਰਾ ਹੋਵੇ, ਸਭ ਦਾ ਸਾਂਝਾ ਅੰਦੋਲਨ ਹੈ। ਫਿਰ ਖਤਰਾ ਸਿਰਫ ਸਿੱਖ ਵਿਚਾਰਧਾਰਾ ਤੋਂ ਕਿਉਂ ਹੈਗਾ? ਸਰਕਾਰ ਨੂੰ ਵੀ ਕਦੇ ਖਾਲਿਸਤਾਨੀ ਕਹਿੰਦੇ ਨੇ ਜਾਂ ਫਿਰ ਕੁਝ ਲੋਕਾਂ ਨੂੰ? ਐਕਚੁਅਲੀ ਆਹ ਗੱਲ ਜਿਹੜੀ ਨਾ ਸਭ ਤੋਂ ਨੁਕਤੇ ਵਾਲੀ ਆ ਕਿ ਜਿਹੜੇ ਸੰਘਰਸ਼ ਦੇ ਪਹਿਲੇ 3 ਦਿਨ ਸੀ ਉਹਨਾਂ ਦੇ ਵਿੱਚ ਜਿੰਨਾ ਵੀ ਸਟੇਟ ਸਪਾਂਸਰਡ ਮੀਡੀਆ ਸੀ ਉਹਦੇ ਵੱਲੋਂ ਇੱਕ ਹੀ ਠੱਪਾ ਲਾਉਣ ਦੀ ਕੋਸ਼ਿਸ਼ ਕੀਤੀ। ਖਾਲਿਸਤਾਨੀ ਪਾਕਿਸਤਾਨ ਦੀਆਂ ਏਜੰਸੀਆਂ ਦੇ ਏਜੰਟ, ਕਿਤੇ ਨਾ ਕਿਤੇ ਜਿਹੜੀ ਉਧਰ ਟਿਕਰੀ ਬਾਰਡਰ ਉੱਪਰ ਜੁੜੀਆਂ ਬੈਠੀਆਂ ਜਥੇਬੰਦੀਆਂ ਸੀ ਉਹਨਾਂ ਦੇ ਨਾਲ ਮਾਓਵਾਦ ਦੀ ਗੱਲ ਵੀ ਜਿਹੜੀ ਉਹ ਜਿਹੜਾ ਇਹ ਮੀਡੀਆ ਸੀ ਇਹਦੇ ਵੱਲੋਂ ਛੇੜੀ ਗਈ। ਮੈਂ ਕਈ ਵਾਰੀ ਸੋਚਦਾ ਕਿ ਜੇਕਰ ਇਸ ਸੰਘਰਸ਼ ਦੀ ਨੁਮਾਇੰਦਗੀ ਕੇਵਲ ਪੰਥਕ ਜਥੇਬੰਦੀਆਂ ਕਰ ਰਹੀਆਂ ਹੁੰਦੀਆਂ ਨਾ ਤੇ ਸ਼ਾਇਦ ਸਰਕਾਰ ਦਾ ਵਤੀਰਾ ਬੜਾ ਵੱਖ ਹੁੰਦਾ। ਖਾਲਿਸਤਾਨੀ ਕਹਿ ਕੇ ਮੇਰੇ ਖਿਆਲ ਨਾਲ ਜਿਹੜਾ ਇੰਨੇ ਦਿਨਾਂ ਦਾ ਇਹ ਕਹਿ ਸਕਦੇ ਹੋ ਕਿ ਬਿਲਕੁਲ ਸੰਘਰਸ਼ ਦੇ ਵਿੱਚ ਇੱਕ ਵਿਰਾਮ ਚਿੰਨ੍ਹ ਜਿਹਾ ਲੱਗਾ ਹੋਇਆ ਤੇ ਉਹਨੂੰ ਕਿਸੇ ਵੀ ਰੂਪ ਦੇ ਵਿੱਚ ਖਦੇੜਨ ਦੇ ਵਾਸਤੇ ਖਾਲਿਸਤਾਨ ਦਾ ਨਾਮ ਵਰਤਣਾ ਸਰਕਾਰ ਦੇ ਵਾਸਤੇ ਇੱਕ ਸੌਖਾ ਤਰੀਕਾ ਸੀ। ਪਰ ਜਿਹੜੀ ਆਪਾਂ ਕਹਿੰਦੇ ਸਮੱਸਿਆ ਕਿੱਥੇ ਆ, ਮੈਂ ਨਹੀਂ ਕਹਿੰਦਾ ਕਿ ਕਿਸੇ ਚੀਜ਼ ਤੋਂ ਕੋਈ ਖਤਰਾ ਹੈ। ਜਿਹੜੀਆਂ ਕਿਸਾਨ ਸੰਘਰਸ਼ ਦੇ ਵਿੱਚ ਜਥੇਬੰਦੀਆਂ ਨੇ ਕਿਤੇ ਨਾ ਕਿਤੇ ਉਹਨਾਂ ਦੇ ਪੰਜਾਬ ਦੇ ਪੰਥਕ ਜਥੇਬੰਦੀਆਂ ਨਾਲ ਸਿੱਧੇ ਜਾਂ ਸਿੱਧੇ ਸੰਬੰਧ ਵੀ ਨੇ ਉਹਨਾਂ ਦੇ ਆਗੂਆਂ ਦੇ ਨਾਲ। ਦਰਅਸਲ ਮੈਨੂੰ ਇੰਝ ਲੱਗਦਾ ਕਿ ਇੱਕ ਜਦੋਂ ਅਸੀਂ ਸੰਘਰਸ਼ ਦੀ ਅਗਵਾਈ ਕਰ ਰਹੇ ਲੋਕ ਹੁੰਦੇ ਆ ਨਾ, ਮੈਂ ਆਪਣੇ ਆਪ ਨੂੰ ਨਹੀਂ ਕਹਿ ਰਿਹਾ, ਜਿਹੜੀਆਂ ਜਥੇਬੰਦੀਆਂ ਕਰ ਰਹੀਆਂ ਨੇ, ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਸੰਘਰਸ਼ ਨੂੰ ਜਿਸ ਸਿਖਰ ਦੇ ਉੱਪਰ ਅਸੀਂ ਲੈ ਕੇ ਆ ਗਏ ਆ ਇਹਦਾ ਕਿਤੇ ਕਹਿ ਸਕਦੇ ਹੋ ਕਿ ਕ੍ਰੈਡਿਟ ਜਿਹੜਾ ਕੋਈ ਹੋਰ ਜਥੇਬੰਦੀ ਨਾਲ ਲੈ ਜਾਵੇ, ਜਦੋਂ ਕਿ ਪੰਥਕ ਜਥੇਬੰਦੀਆਂ ਦੇ ਜਿੰਨੇ ਵੀ ਨੁਮਾਇੰਦਿਆਂ ਨੂੰ ਇੱਥੇ ਮੈਂ ਮਿਲਿਆ ਉਹਨਾਂ ਦੀ ਇਵੇਂ ਦੀ ਕੋਈ ਭਾਵਨਾ ਨਹੀਂ ਹੈ। ਇਹਨਾਂ ਨੂੰ ਆਪਣੇ ਆਪ ਅੰਦਰੇ ਅੰਦਰ ਉਹ ਖਤਰਾ ਮਹਿਸੂਸ ਹੋ ਰਿਹਾ। ਪੰਥਕ ਜਥੇਬੰਦੀਆਂ 'ਚ ਇਵੇਂ ਦੀ ਕੋਈ ਭਾਵਨਾ ਨਹੀਂ ਹੈ। ਬਿਲਕੁਲ। ਸੋ ਡਾਕਟਰ ਸਾਹਿਬ, ਇੱਕ ਅਸੀਂ ਜਦੋਂ ਦੀ ਰਿਪੋਰਟਿੰਗ ਕਰ ਰਹੇ ਹਾਂ, ਕਈ ਦਿਨ ਹੋ ਗਏ ਨੇ, 1 ਦਸੰਬਰ ਤੋਂ ਲੈ ਕੇ ਦੇਖਦੇ ਹਾਂ ਇੱਥੇ ਕਿ ਵਖਰੇਵਾਂ ਹੈ, ਬਿਨਾਂ ਸ਼ੱਕ ਵਖਰੇਵਾਂ ਦਿਖਦਾ ਹੈ। ਕੁਝ ਕਿਸਾਨ ਲੀਡਰਾਂ ਦੇ ਅੰਦਰ ਵੀ ਦਿਖਦਾ ਹੈ, ਠੀਕ ਹੈ, ਬਹੁਤ ਚੰਗੀ ਗੱਲ ਹੈ ਕਿ ਬਾਹਰ ਨਹੀਂ ਆਉਂਦਾ ਹੈਗਾ। ਜਿਹੜੀਆਂ ਸਿੱਖ ਜਥੇਬੰਦੀਆਂ ਇੱਥੇ ਜੁਟੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਹੈ। ਇੱਥੇ ਆਪਾਂ ਦੇਖ ਲਈਏ 3-4 ਸਟੇਜਾਂ ਵੱਖ-ਵੱਖ ਲੱਗੀਆਂ ਹੋਈਆਂ ਨੇ। ਇੱਕ ਵੱਖਰੀ ਵੱਡੀ ਸਿੰਘੂ ਮੋਰਚੇ ਦੀ ਹੈ, ਫਿਰ ਉਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਵੱਖਰੀ ਹੈ, ਉਗਰਾਹਾਂ ਦੀ ਵੱਖਰੀ ਹੈ। ਪਰ ਇਹਨਾਂ ਸਭ ਦਾ ਜਿਹੜਾ ਅਸਰ ਹੈ ਉਹ ਮੋਰਚੇ ਤੇ ਨਹੀਂ ਪੈ ਰਿਹਾ। ਇਹਦਾ ਕੀ ਕਾਰਨ ਹੈ? ਵਖਰੇਵਾਂ ਬਿਲਕੁਲ ਦਿਖਦਾ ਹੈ ਪਰ ਕੋਈ ਅਸਰ ਨਹੀਂ ਪੈ ਰਿਹਾ। ਵਹਿਣ ਹੈ ਜਿਹੜਾ ਉਸੇ ਤਰ੍ਹਾਂ ਤੁਰਦਾ ਜਾ ਰਿਹਾ। ਉਹਦਾ ਕਾਰਨ ਇਹ ਸਭ ਤੋਂ ਵੱਡਾ ਕਿ ਇੱਕ ਤਾਂ ਜਿਹੜੀਆਂ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਜਿਹੜੇ ਕਾਨੂੰਨ ਨੇ ਉਹਨਾਂ ਦੇ ਪ੍ਰਤੀ ਜਿਹੜੀ ਜਾਗਰੂਕਤਾ ਦੇ ਨਾਲ ਜੁੜੀ ਹੋਈ ਲੋਕ ਮਾਨਸਿਕਤਾ ਹੈ ਉਹ ਕਿਸੇ ਵੀ ਜਥੇਬੰਦੀ ਦੀ ਬਾਅਦ ਦੇ ਵਿੱਚ ਪਹਿਲਾਂ ਉਹ ਕਿਸਾਨ ਹੈ ਕਿ ਜਿਹਨੂੰ ਤੁਸੀਂ ਖਾਲਿਸਤਾਨੀ ਵੀ ਕਹੋਗੇ ਉਹ ਖਾਲਿਸਤਾਨੀ ਬਾਅਦ ਦੇ ਵਿੱਚ ਹੈ, ਪਰ ਜੇ ਉਹ ਸੰਘਰਸ਼ ਦੇ ਵਿੱਚ ਬੈਠਾ ਹੈ ਨਾ ਤੇ ਉਹ ਕਿਸਾਨ ਕਰਕੇ ਬੈਠਾ ਹੈ। ਜੇ ਕੋਈ ਮਾਓਇਸਟ ਵਿਚਾਰਧਾਰਾ ਦਾ ਹਮਾਇਤੀ ਤਾਂ ਹੋ ਸਕਦਾ ਪਰ ਜੇ ਉਹ ਸੰਘਰਸ਼ ਦਾ ਹਿੱਸਾ ਹੈ ਤਾਂ ਉਹ ਕਿਸਾਨ ਹੈ। ਸੋ ਇਹਦੇ ਕਰਕੇ ਪਹਿਲੀ ਗੱਲ ਤਾਂ ਇਹ ਹੈ ਕਿ ਸਭ ਤੋਂ ਵੱਡੀ ਇੱਕ ਸਾਂਝ ਜਿਹੜੀ ਹੈ ਉਹ ਜਥੇਬੰਦੀਆਂ ਦੀ ਜਿਹੜੀ ਉੱਪਰ ਦੀ ਸਾਂਝ ਹੈ ਉਹਦੀ ਸਭ ਤੋਂ ਵੱਡੀ ਗੱਲ ਹੈ ਕਿ ਉਹ ਸਾਰੇ ਕਿਸਾਨ ਨੇ। ਦੂਜੀ ਗੱਲ ਇਹ ਹੈ ਕਿ ਜਿਹੜਾ ਦੁਸ਼ਮਣ ਹੈ ਅੱਜ ਦੇ ਹਾਲਾਤ ਦੇ ਵਿੱਚ ਜਦੋਂ ਅਸੀਂ ਸਟੇਟ ਦੇ ਖਿਲਾਫ ਸੈਂਟਰ ਦੀਆਂ ਨੀਤੀਆਂ ਨੂੰ ਵੇਖ ਰਹੇ ਹਾਂ ਤੇ ਦੁਸ਼ਮਣ ਸਾਂਝਾ ਹੈ। ਸੋ ਲੱਖ ਵਿਰੋਧਾ ਭਾਵ ਹੋਣ ਦੇ ਬਾਵਜੂਦ ਵੀ ਕੋਈ ਵੀ ਜਥੇਬੰਦੀ ਜਨਤਕ ਤੌਰ ਤੇ ਇਵੇਂ ਦਾ ਫੈਸਲਾ ਨਹੀਂ ਲੈਣਾ ਚਾਹੁੰਦੀ ਜਿਹਦੇ ਨਾਲ ਜੇਕਰ ਬੇਸ਼ੱਕ ਨੀਤੀਆਂ ਜਾਂ ਨੀਅਤ ਸਰਕਾਰ ਦੀ ਸਾਫ਼ ਨਾ ਹੋਵੇ ਪਰ ਉਹਦੇ ਉੱਪਰ ਜ਼ਿੰਮੇਵਾਰੀ ਆ ਜਾਵੇ ਕਿ ਨਹੀਂ ਇੰਨੀਆਂ ਜਥੇਬੰਦੀਆਂ ਦਾ ਇਕੱਠਾ ਸੰਘਰਸ਼ ਚੱਲ ਰਿਹਾ ਸੀ, ਇੱਕ ਵਿਅਕਤੀ ਦੇ ਥੋੜ੍ਹਾ ਜਿਹਾ ਵੀ ਖਲਾਰਾ ਪਾਉਣ ਦੇ ਨਾਲ ਸੰਘਰਸ਼ ਨੂੰ ਢਾਹ ਲੱਗੀ ਹੈ। ਜਾਂ ਮੈਂ ਵੇਖਾਂ ਤਾਂ ਮੈਨੂੰ ਇਹ 18ਵੀਂ ਸਦੀ ਦਾ ਉਹ ਵਰਤਾਰਾ ਲੱਗਦਾ ਹੈ ਕਿ 18ਵੀਂ ਸਦੀ ਦੇ ਵਿੱਚ ਜਿਹੜੀਆਂ ਮਿਸਲਾਂ ਸੀ ਆਪਸੀ ਵਿਰੋਧਾ ਭਾਵ ਬਹੁਤ ਸੀ। ਬੜੇ ਚੰਗੇ ਚੰਗੇ ਜਰਨੈਲ ਜਿਹੜੇ ਸਾਡੇ ਮਿਸਲਾਂ ਦੇ ਨੇ, ਸਰਦਾਰ ਗੁਰਬਖਸ਼ ਸਿੰਘ, ਬੀਬੀ ਸਦਾ ਕੌਰ ਦੇ ਪਤੀ ਜਿਹੜੇ ਸੀਗੇ, ਇਹ ਤੋਂ ਇਲਾਵਾ ਹੋਰ ਵੀ ਕਈ ਜਰਨੈਲ ਨੇ ਜਿਹੜੇ ਇੱਕ ਦੂਜੇ ਦੀ ਆਪਸੀ ਜਿਹੜੀ ਅੰਤਰ ਵਿਰੋਧ ਦੀ ਜੰਗ ਸੀ ਮਿਸਲਾਂ ਦੀ ਉਹਦੇ ਵਿੱਚ ਜ਼ਖਮੀ ਵੀ ਹੋਏ ਤੇ ਜਾਨ ਤੋਂ ਹੱਥ ਵੀ ਧੋਣੇ ਪਏ। ਪਰ ਜਦੋਂ ਅਬਦਾਲੀ ਵਰਗਾ ਵੱਡਾ ਦੁਸ਼ਮਣ ਆਉਂਦਾ ਸੀਗਾ ਤਾਂ ਉਦੋਂ ਜਿਹੜੀ ਸਿੱਖ ਜਰਨੈਲਾਂ ਦੀ ਜਿਹੜੀ ਆਪਸ ਦੇ ਵਿੱਚ ਨੀਤੀ ਹੁੰਦੀ ਸੀ ਨਾ, ਮੈਨੂੰ ਉਹ ਨੀਤੀ ਇੱਥੇ ਵਰਤਦੀ ਨਜ਼ਰ ਆਉਂਦੀ ਆ ਕਿ ਮਿਸਲ ਵੰਡ ਅਬ ਕਬੇ ਨਾ ਪਾਵੋ, ਰਲ ਮਿਲ ਖੜ ਤੁਰ ਪੰਥ ਬਚਾਓ। ਕਿ ਹੁਣ ਤੁਹਾਡਾ ਨਿਸ਼ਾਨਾ ਵੱਡਾ ਹੈ, ਤੁਹਾਡੀ ਜੰਗ ਵੱਡੀ ਹੈ, ਤੁਹਾਡੀ ਜੰਗ ਦਾ ਨੁਕਤਾ ਇੱਕ ਹੈ, ਤੁਹਾਡੀ ਜੰਗ ਦਾ ਕੇਂਦਰ ਇੱਕ ਹੈ। ਜੇ ਆਪਸ ਦੇ ਵਿੱਚ ਵਿਰੋਧਾ ਭਾਵ ਹੈ ਵੀ ਨੇ ਤੇ ਉਹ ਬਾਅਦ ਦੇ ਵਿੱਚ ਨਿਬੇੜੇ ਜਾ ਸਕਦੇ ਨੇ ਪਰ ਜਨ ਮਾਨਸਿਕਤਾ ਦੇ ਵਿੱਚ ਉਸ ਮਤਭੇਦਾਂ ਦਾ ਜਿਹੜਾ ਵਿਖਾਵਾ ਨਾ ਕੀਤਾ ਜਾਵੇ। ਕੀ ਲੱਗਦਾ ਤੁਹਾਨੂੰ ਇਹ ਜੰਗ ਹੈ ਜਿਹੜੀ ਕਿੰਨਾ ਕੁ ਦੂਰ ਹਲੇ ਕਿੰਨਾ ਕੁ ਹੋਰ ਲੰਬਾ ਪਹੁੰਚ ਕੇ ਜਿੱਤੀ ਜਾਵੇਗੀ?
ਜੇਕਰ ਅਸੀਂ ਜੰਗ ਦੇ ਲੰਬਾ ਚੱਲਣ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਨਾਲ ਸਾਨੂੰ ਬਹੁਤ ਪਿਛੋਕੜ 'ਚ ਇਸ ਕਰਕੇ ਜਾਣਾ ਪਵੇਗਾ ਕਿ ਗੈਟ ਤੋਂ ਬਾਅਦ ਜਦੋਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਣਦੀ ਹੈ ਤਾਂ ਉਹਦੀ ਜਿਹੜੀ ਬਾਲੀ ਕਨਵੈਨਸ਼ਨ ਹੈ ਉਹਦੇ ਵਿੱਚ ਜਿਹੜੀ ਖੇਤੀ ਨੂੰ ਕਾਰਪੋਰੇਟ ਸੈਕਟਰ ਦੇ ਵਿੱਚ ਲੈ ਕੇ ਆਉਣ ਦੀ ਗੱਲ ਹੈ ਉਹਦੇ 'ਚ ਆਲਰੇਡੀ ਹੋ ਚੁੱਕੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਇਹ ਕੇਵਲ ਮੋਦੀ ਦੇ ਕਰਕੇ ਹੈ। ਮੋਦੀ ਦੀ ਜਗ੍ਹਾ ਤੇ ਸ਼ਾਇਦ ਕੋਈ ਵੀ ਸਰਕਾਰ ਹੁੰਦੀ ਤੇ ਉਹਨਾਂ ਨੇ ਇਹ ਕਾਨੂੰਨ ਲੈ ਕੇ ਹੀ ਆਉਣੇ ਸੀ। ਪਰ ਹੁਣ ਜਿਹੜੀ ਗੱਲ ਹੈ, ਜਿਹੜੀ ਸਰਕਾਰ ਦੇ ਵੱਲੋਂ ਅਮੈਂਡਮੈਂਟਸ ਦੀ ਗੱਲ ਕੀਤੀ ਜਾ ਰਹੀ ਹੈ, ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈ MSP ਜਿਹੜਾ ਉਹ ਬਰਕਰਾਰ ਰਹੇਗਾ। ਪਰ ਉਹ ਪਹਿਲਾਂ ਤਾਂ ਇਹ ਸਕੀਮ ਸੀ, ਕਿਸਾਨਾਂ ਦੀ ਮੰਗ ਹੈ ਕਾਨੂੰਨ ਬਣਾਇਆ ਜਾਵੇ। ਉਹ ਕਹਿ ਵੀ ਦਿੰਦੇ ਨੇ ਹਾਂ ਕਾਨੂੰਨ ਬਣਾ ਦੇਵਾਂਗੇ, ਪਰ ਜਿੰਨਾ ਚਿਰ ਤੱਕ ਸਾਰੇ ਸਟੇਟਾਂ ਦੇ ਵਿੱਚ ਤੇ ਸਰਕਾਰ ਵੱਲੋਂ ਫਸਲਾਂ ਦੇ ਉੱਪਰ ਜਿੰਨਾ ਚਿਰ ਉਹ MSP ਬਰਕਰਾਰ ਨਹੀਂ ਰਹਿੰਦਾ ਉਨਾ ਚਿਰ ਇਹ ਕਾਨੂੰਨ ਵੀ ਸਰਵਾਈਵ ਹੀ ਨਹੀਂ ਕਰ ਸਕਦਾ, ਬਣ ਵੀ ਜਾਵੇ। ਮਿਸਾਲ ਦੇ ਤੌਰ ਤੇ ਪੰਜਾਬ MSP ਸਟੇਟ ਆ, ਨਾਲ ਰਾਜਸਥਾਨ ਨਾਨ MSP ਸਟੇਟ ਹੈ ਕਿਸੇ ਫਸਲ ਦੇ ਬਾਰੇ। ਤੇ ਜਦੋਂ ਤੁਸੀਂ ਇੰਟਰ ਟ੍ਰੇਡ ਜਿਹੜਾ ਹੈ ਉਹਨੂੰ ਇੰਟਰਸਟੇਟ ਟ੍ਰੇਡ ਨੂੰ ਖੋਲ੍ਹ ਦੇ ਦਿੱਤੀ ਹੈ ਤਾਂ ਗੰਗਾ ਨਗਰ ਤੋਂ ਕਿਸੇ ਵੀ ਅਨਾਜ ਨੂੰ ਅਬੋਰ ਲਿਆ ਕੇ ਵੇਚਣਾ ਕਿੰਨਾ ਕੁ ਔਖਾ ਹੈ। ਸੋ ਇਹਦੇ ਕਰਕੇ MSP ਉਨਾ ਚਿਰ ਸਰਵਾਈਵ ਰਹਿ ਹੀ ਨਹੀਂ ਸਕਦਾ ਜਿੰਨਾ ਚਿਰ ਤੱਕ ਤੁਸੀਂ ਤਾਂ ਸਾਰੇ ਸੂਬਿਆਂ ਦੇ ਵਿੱਚ ਇਸ ਨੂੰ ਨਹੀਂ ਕਰਦੇ ਜਾਂ ਫਿਰ ਇੰਟਰਸਟੇਟ ਟ੍ਰੇਡ ਨੂੰ ਬੰਦ ਨਹੀਂ ਕਰਦੇ। ਇਸੇ ਤਰ੍ਹਾਂ APMC ਦੀ ਗੱਲ ਹੈ, ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ ਦੀ, ਉਹਦੇ ਵਿੱਚ ਸਰਕਾਰ ਇਹ ਤਾਂ ਕਹਿ ਰਹੀ ਕਿ ਜਿਹੜੀ ਸਰਕਾਰੀ ਖਰੀਦ ਆ ਉਹ ਲਗਾਤਾਰ ਜਾਰੀ ਰਹੇਗੀ। ਪਰ ਉਹਦੇ ਨਾਲ ਹੀ ਜਦੋਂ ਤੁਸੀਂ ਪ੍ਰਾਈਵੇਟ ਸੈਕਟਰ ਨੂੰ ਖਰੀਦ ਦਾ ਅਧਿਕਾਰ ਦੇ ਰਹੇ ਹੋ ਤਾਂ ਓਬਵੀਅਸਲੀ 1 2 3 4 5 ਸਾਲ ਹੋ ਸਕਦਾ ਹੈ ਕਿ ਜਿਹੜੇ ਪ੍ਰਾਈਵੇਟ ਜਾਂ ਨਿੱਜੀ ਅਦਾਰੇ ਨੇ ਉਹ ਮਹਿੰਗੇ ਭਾਅ ਦੇ ਉੱਪਰ ਜਿੰਸ ਨੂੰ ਖਰੀਦਣ, ਤੇ ਜਿੰਨਾ ਕੁ ਸਮਾਂ ਉਹ ਜਿੰਸ ਨੂੰ ਖਰੀਦਣਗੇ ਜਦੋਂ ਸਰਕਾਰੀ ਏਜੰਸੀਆਂ ਖਰੀਦ ਨਹੀਂ ਕਰਨਗੀਆਂ ਤਾਂ ਹੌਲੀ ਹੌਲੀ ਉਹ ਜਿਹੜਾ ਉਹ ਡਿਲਿਊਟ ਹੋ ਜਾਵੇਗਾ। ਇਸੇ ਤਰ੍ਹਾਂ ਹੁਣ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਕੰਟਰੈਕਟ ਫਾਰਮਿੰਗ ਹੈ ਉਹਦੇ ਵਿੱਚ ਤੁਹਾਡੀ ਮਰਜ਼ੀ ਹੈ ਤੁਸੀਂ ਤੁਹਾਡਾ ਦੇਣਾ ਜਾਂ ਨਾ ਦੇਣਾ। ਪਰ ਬਹੁਤ ਛੋਟੇ ਕਿਸਾਨ ਨੇ ਜਿਨ੍ਹਾਂ ਦੀਆਂ ਆਰਥਿਕ ਮਜਬੂਰੀਆਂ ਜਿਹੜੀਆਂ ਨੇ ਉਹਨਾਂ ਨੂੰ ਉਹਨਾਂ ਕਾਰਪੋਰੇਟ ਘਰਾਣਿਆਂ ਦਾ ਗੁਲਾਮ ਕਰ ਦੇਣਗੀਆਂ। ਸੋ ਤੁਸੀਂ ਅੱਜ ਦੀ ਦਿਹਾੜੀ ਜਾਂ ਅੱਜ ਦੇ ਦਿਨ ਇਹ ਨਹੀਂ ਕਹਿ ਸਕਦੇ ਕਿ ਇਸ ਸੰਘਰਸ਼ ਦਾ ਫੈਸਲਾ ਕੀ ਹੋਵੇਗਾ। ਸਰਕਾਰ ਇਸ ਦਬਾਅ ਨੂੰ ਮੰਨਦੀ ਹੈ ਜਾਂ ਨਹੀਂ ਮੰਨਦੀ। ਸਰਕਾਰ ਦੇ ਜਿਹੜੇ ਹੁਣ ਤੱਕ ਜਿੰਨੇ ਵੀ ਪ੍ਰਪੋਜ਼ਲ ਲੈਟਰ ਆਏ ਨੇ ਤੁਸੀਂ ਉਹਨਾਂ ਨੂੰ ਪੜ੍ਹ ਕੇ ਵੇਖੋ ਤੇ ਉਹਨਾਂ ਦੇ ਵਿੱਚ ਇੱਕੋ ਗੱਲ ਦਾ ਤੁਹਾਨੂੰ ਦੁਹਰਾ ਨਜ਼ਰ ਆਵੇਗਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਸਾਨਾਂ ਨੂੰ ਕਨਵਿੰਸ ਕਰਨ ਦੀ, ਇਹ ਉਹਨਾਂ ਦੇ ਫਾਇਦੇ ਦੇ ਵਿੱਚ ਨੇ ਪਰ ਉਹਨਾਂ ਦੀ ਸਮਝ ਦੇ ਵਿੱਚ ਨਹੀਂ ਪੈ ਰਹੇ। ਸੋ ਇੱਥੋਂ ਲੱਗਦਾ ਹੈ ਕਿ ਸਰਕਾਰ ਜਿਹੜੀ ਹੈ ਅਮੈਂਡਮੈਂਟਸ ਤੱਕ ਆਵੇਗੀ। ਹੋ ਸਕਦਾ ਕੁਝ ਸਮੇਂ ਤੱਕ ਬਹੁਤ ਵੱਡੀ ਗੱਲ ਹੋਵੇ ਤੇ ਸਸਪੈਂਸ਼ਨ ਤੱਕ ਆ ਜਾਵੇ ਜੀ, ਕੁਝ ਸਮੇਂ ਦੇ ਵਾਸਤੇ ਅਸੀਂ ਇਹਨਾਂ ਬਿੱਲਾਂ ਨੂੰ ਜਿਹੜਾ ਸਸਪੈਂਡ ਕਰਦੇ ਹਾਂ, ਉਸ ਤੋਂ ਬਾਅਦ ਕਮੇਟੀ ਬਣੇਗੀ, ਦੋਹੇ ਤਰ੍ਹਾਂ ਬੈਠ ਕੇ ਫੈਸਲਾ ਕਰ ਲੈਣਗੀਆਂ। ਉਸ ਸਮੇਂ ਤੱਕ ਉਡੀਕ ਕਰੋਗੇ ਸਾਰੇ ਤੁਸੀਂ? ਮੇਰੇ ਖਿਆਲ ਦੇ ਨਾਲ ਤਾਂ ਕਰਨੀ ਹੀ ਪਵੇਗੀ ਕਿਉਂਕਿ ਹੋਰ ਕੋਈ ਰਾਹ ਨਹੀਂ ਬਚਿਆ। ਜਿਹੜੀ ਮੈਂ ਪਹਿਲੀ ਗੱਲ ਕਹੀ ਸੀ ਨਾ ਕਿ ਸੰਘਰਸ਼ ਦੀ ਚਾਲਕ ਸ਼ਕਤੀ ਜਿਹੜੀ ਹੁਣ ਲੋਕ ਮਾਨਸਿਕਤਾ ਹੈ ਤੇ ਹੁਣ ਆਗੂ ਆਪਣੀ ਮਰਜ਼ੀ ਦੇ ਨਾਲ ਫੈਸਲਾ ਕਰਨ ਦੀ ਸਮਰੱਥਾ ਨਹੀਂ ਰੱਖ ਰਿਹਾ ਅੱਜ ਦੇ ਟਾਈਮ। ਆਖਰੀ ਸਵਾਲ ਹੈ, ਵਾਪਸੀ ਕਦੋਂ ਕਰ ਰਹੇ ਹੋ ਘਰ ਨੂੰ? ਵੈਸੇ ਤਾਂ 1-2 ਦਿਨ ਵਾਸਤੇ ਸ਼ਾਇਦ ਜਾਣਾ ਪਵੇ, ਕੁਝ ਸਮਾਨ ਲੈ ਕੇ ਆਉਣ ਵਾਲਾ, ਪਰ ਪੱਕੀ ਵਾਪਸੀ ਉਦੋਂ ਕਰੂੰਗਾ ਜਦੋਂ ਜਿਹੜਾ ਸੰਘਰਸ਼ ਹੈ ਕਿਸੇ ਪਾਸੇ ਲੱਗ ਜਾਵੇਗਾ। ਕਿਉਂਕਿ ਮੈਨੂੰ ਇੰਝ ਲੱਗਦਾ ਹੈ ਕਿ ਇੱਥੇ ਜੇ ਤੁਸੀਂ 1 ਦਿਨ ਲਈ ਵੀ ਜਾਂਦੇ ਹੋ ਨਾ, 1 ਦਿਨ ਬਿਮਾਰ ਵੀ ਹੋ ਜਾਂਦੇ ਹੋ ਤਾਂ ਜਿਹੜੀਆਂ ਰੋਜ਼ ਨਵੀਆਂ ਜਿਹੜੀਆਂ ਇੱਥੇ ਸੰਭਾਵਨਾਵਾਂ ਪੈਦਾ ਹੁੰਦੀਆਂ ਨੇ ਉਹਨਾਂ ਸੰਭਾਵਨਾਵਾਂ ਦੇ ਮੱਦੇਨਜ਼ਰ ਜਿਵੇਂ ਦੀਆਂ ਪਰਿਭਾਸ਼ਾਵਾਂ ਤੁਹਾਨੂੰ ਸੋਚਣੀਆਂ ਪੈਂਦੀਆਂ ਨੇ। ਤੁਸੀਂ 1 ਦਿਨ ਵੀ ਸੰਘਰਸ਼ ਤੋਂ ਬਾਹਰ ਹੁੰਦੇ ਹੋ ਤੇ ਮੈਨੂੰ ਇੰਝ ਲੱਗਦਾ ਤੁਸੀਂ ਬਹੁਤ ਪਿੱਛੇ ਪੈ ਜਾਂਦੇ ਹੋ। ਸੋ ਇਹਦੀ ਜਿਹੜੀ ਕੰਟੀਨਿਊਟੀ ਹੈ ਸੰਘਰਸ਼ ਦੀ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ, ਕਿਉਂਕਿ ਇਹਦੇ ਵਿੱਚ ਰੋਜ਼ ਸਰਕਾਰ ਦੇ ਨਾਲ, ਸਰਕਾਰ ਦੇ ਵਿਚੋਲਿਆਂ ਦੇ ਨਾਲ ਰੋਜ਼ ਵਾਰਤਾਲਾਪ ਚੱਲ ਰਹੀ, ਕਿਸਾਨ ਜਥੇਬੰਦੀਆਂ ਦੀ ਰੋਜ਼ ਨਵੀਆਂ ਜਿਹੜੀ ਮੈਂ ਗੱਲ ਕਹੀ ਸੰਭਾਵਨਾਵਾਂ ਤੇ ਸੰਭਾਵਨਾਵਾਂ ਦੀਆਂ ਪਰਿਭਾਸ਼ਾਵਾਂ ਰੋਜ਼ ਨਵੀਆਂ ਪੈਦਾ ਹੋ ਰਹੀਆਂ ਨੇ। ਇਸ ਕਰਕੇ 1 ਦਿਨ ਨੂੰ ਵੀ ਜਦੋਂ ਤੁਸੀਂ ਟੁੱਟਦੇ ਹੋ ਨਾ ਤੇ ਉਹ ਜਿਹੜੀ ਡਿਸਕੰਟੀਨਿਊਟੀ ਹੈ ਮੈਨੂੰ ਲੱਗਦਾ ਹੈ ਕਿ ਤੁਹਾਡੇ ਸਾਰੇ ਸੰਘਰਸ਼ ਦੀ ਜਿਹੜੀ ਇਕਸਾਰਤਾ ਉਹਨੂੰ ਤੋੜ ਦਿੰਦੀ ਹੈ। ਪਰਿਵਾਰ ਦਾ ਹੋਰ ਵੀ ਕੋਈ ਨਾਲ ਆਇਆ ਕਿ ਇਕੱਲੇ ਡਟੇ ਹੋਏ? ਬੇਟਾ ਨਾਲ ਆ ਜੀ, ਇਹ ਕੁਛ ਦਿਨ ਚਲਾ ਗਿਆ ਸੀ, ਹੁਣ ਫਿਰ ਇਹ ਨਾਲ ਹੀ ਆ। ਤੇ ਇਹਨੂੰ ਜ਼ਬਰਦਸਤੀ ਲੈ ਕੇ ਆਏ ਹੋ ਕਿ ਆਪਣੇ ਆਪ ਆਇਆ? ਨਹੀਂ, ਪਹਿਲੇ ਦਿਨ ਵੀ ਆਪਣੇ ਆਪ ਹੀ ਆਇਆ ਸੀ ਤੇ ਫਿਰ ਮੈਂ ਸੋਚਿਆ ਸੀਗਾ ਕਿ ਜਦੋਂ ਪਹਿਲੇ ਦਿਨ ਅਸੀਂ ਆਏ ਆ ਸਾਰੇ ਤੇ ਅਸੀਂ 40 ਕੁ ਜਾਣੇ ਸੀਗੇ, ਜਦੋਂ ਅੱਗੇ ਬੈਠੇ ਜਦੋਂ ਉਹਨਾਂ ਵੱਲੋਂ ਟੀਅਰ ਗੈਸ ਕਨਸਟਰ ਸੁੱਟੇ ਗਏ ਤਾਂ ਮੈਂ ਸੋਚਿਆ ਕਿ ਉਹ ਡਰ ਕੇ ਸ਼ਾਇਦ ਦੁਬਾਰਾ ਨਹੀਂ ਆਵੇਗਾ, ਪਰ ਇਹ ਦੁਬਾਰਾ ਫਿਰ ਆ ਗਿਆ। ਕਹਿੰਦਾ ਨਹੀਂ ਮੈਨੂੰ ਤੇ ਜ਼ਿਆਦਾ ਮਜ਼ਾ ਆਇਆ, ਜਦੋਂ ਠਾਠਾ ਹੁੰਦੀ ਸੀ ਮੈਨੂੰ ਵੇਖਣ ਦਾ ਜ਼ਿਆਦਾ ਮਜ਼ਾ ਆਇਆ। ਤਾਂ ਉਹਦੇ ਕਰਕੇ ਲੱਗਦਾ ਹੈ ਕਿ ਅਜੇ ਤੱਕ ਤਾਂ ਇੱਥੇ ਹੀ ਆ। ਅੱਜ ਦੇ ਐਗਜ਼ਾਮ ਨੇ 5-6 ਤਰੀਕ ਤੋਂ ਇਹ ਸ਼ਾਇਦ ਚਲਾ ਜਾਊਗਾ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ।